गुड मॉर्निंग स्टूडेंट्स। अज आप अपने PT3 दे पहला चैप्टर पाठ नंबर 15 डॉक्टर रविंद्रनाथ टैगोर पढ़ांगे। और ਇਹਦੇ ਵਿੱਚ डॉक्टर रविंद्रनाथ ਦੀ जो जीवनी सानू दसी गई आ ਉਹਦੇ ਤੇ ਆਪਾਂ विचार चर्चा भी करांगे। ਇਹ जीवनी ਜਿਹੜੀ ਆ ਇਹ ਲੇਖਕਕਾਰ ਰਵਿੰਦਰ ਕੌਰ ਦੀ ਲਿਖੀ ਹੋਈ ਆ। ਇਹਦੇ ਵਿੱਚ ਸਾਨੂੰ ਉਹਨਾਂ ਨੇ टैगोर दे रविंद्रनाथ टैगोर दे बचपन बारे जन्म बारे बचपन बारे सिक्ख्या बारे ते समाज नू देश नू उन्हां दी देन बारे दसिया गया है। सो आओ आपां अपना चैप्टर पढ़दे हां। 8th क्लास चैप्टर तुहाडे कोलों ही रीड करवाया जाएगा। एक जिस भी बच्चे नू मैं कहूँगी वो अपनी बुक लैके इत्थे आएगा और लैसन नू रीड करेगा। बाकी बच्चे सारे ध्यान नाल सुनणगे, हाथ विच पेन पेंसिल रखणगे। जिस भी औखे शब्द का तुहानू मैं अर्थ लिखाऊंगी वो तुसी नाल दी नाल ही नोट करी जाना है। क्लियर? यस लविश। हर स्कूल की सवेर की सभा विच जन गण मन गाया जाता है। यह साडा राष्ट्रीय गान है। इस दे लेखक रविंद्रनाथ टैगोर ਹਨ। ਤੁਹਾਡੇ ਸਕੂਲ ਦੀ ਸਵੇਰ ਦੀ ਸਭਾ ਦੇ ਵਿੱਚ ਕਿਹੜਾ ਗਾਨ ਗਾਇਆ ਜਾਂਦਾ ਆ? ਇਹਦਾ ਲੇਖਕ ਕੌਣ ਆ? ਰਵਿੰਦਰਨਾਥ ਟੈਗੋਰ। ਅੰਡਰਲਾਈਨ ਕਰੋ ਇਹ ਲਾਈਨਾਂ। टैगोर कविता कहानी नावल ਅਤੇ ਨਾਟਕ ਲਿਖਦੇ ਸਨ। ਅੰਡਰਲਾਈਨ ਕਰੋ। ਉਹਨੇ ਸਾਹਿਤ ਨੂੰ ਕਿਹੜੀਆਂ ਰਚਨਾਵਾਂ ਜਿਹੜੀਆਂ ਆ ਉਹ ਦਿੱਤੀਆਂ? नावल भी लिखा, नाटक भी, कविता भी, कहानी भी। एक प्रसिद्ध लेखक होने के नाते उन्हां नूं गुरुदेव टैगोर कहा जाता सी। अंडरलाइन। उन्हां दी लेखनी करके ही उन्हां नूं टैगोर गुरु जां गुरु टैगोर कहा जाता सी। रविंद्रनाथ टैगोर का जन्म 7 मई 1861 ईस्वी विच कोलकाता विखे होया। जन्म किथे ते कदों होया? 7 मई 1861 ईस्वी दे विच कोलकाता विखे होया। उन्हां दे माता पिता बहुत अमीर सन। टैगोर दे पिता देवेंद्र नाथ एक वड्डे व्यापारी सन। अंडरलाइन करो पिता दा की नाम सी ते ओ की काम करदे सी। ठीक है, पिता दा नाम देवेंद्र नाथ टैगोर ते ओ एक व्यापारी सन। टैगोर का पालन पोषण राजकुमारा की तरह होया। उन्हां दा घर राजमहल वर्गा सी जिस विच टैगोर का बचपन बीतया। टैगोर दे 13 भैन भरा उन्हां तो वड्डे सन। अंडरलाइन करो टैगोर अपने माता पिता की 14वीं संतान सी। 13 भैन भरा उन्हां तो वड्डे होर भी सन। इस महल वर्गे घर विच वो सारे रल मिल के खेडदे। रविंद्रनाथ टैगोर ਨੂੰ ਜਦੋਂ ਸਕੂਲ ਪੜਨ ਪਾਇਆ ਗਿਆ ਤਾਂ ਸਕੂਲ ਵਿੱਚ ਉਹਨਾਂ ਦਾ ਮਨ ਨਾ ਲੱਗਿਆ। ਉਹ ਸਕੂਲ ਨਾ ਜਾਣ ਲਈ ਕੋਈ ਨਾ ਕੋਈ ਬਹਾਨਾ ਕੱਢ ਲੈਂਦੇ बना लेंदे। ਕੱਢ ਲੈਣਾ बना लेना। चलो बैठो, शाबाश। इन्ना जिन्ना भी आपां बेटा पढ़िया हैगा आ पाठ ਉਹਦੇ ਵਿੱਚ ਲੇਖਕਾਂ ਨੇ ਸਾਨੂੰ ਇਹ ਦੱਸਿਆ ਆ ਕਿ ਰਵਿੰਦਰਨਾਥ ਟੈਗੋਰ ਨੇ ਬੰਗਾਲੀ ਸਾਹਿਤ ਵਿੱਚ ਹੀ ਨਹੀਂ ਸਗੋਂ ਹੋਰ ਭਾਸ਼ਾਵਾਂ ਦੇ ਵਿੱਚ ਵੀ ਬਹੁਤ ਸਾਰੀਆਂ ਕਹਾਣੀਆਂ, ਨਾਵਲ, ਨਾਟਕ ਲਿਖੇ ਜਿਨ੍ਹਾਂ ਤੋਂ ਸਾਨੂੰ ਉਹਨਾਂ ਦੀ ਸੋਚ ਤੇ ਉਹਨਾਂ ਦੀ ਵਿਚਾਰਧਾਰਾ ਬਾਰੇ ਪਤਾ ਚੱਲਦਾ ਆ। ਟੈਗੋਰ ਦਾ ਜਨਮ 7 ਮਈ 1861 ਈਸਵੀ ਨੂੰ ਕੋਲਕਾਤਾ ਵਿਖੇ ਹੋਇਆ। ਇਹਨਾਂ ਦਾ ਪਰਿਵਾਰ ਜਿਹੜਾ ਸੀਗਾ ਬਹੁਤ ਵੱਡਾ ਸੀ। ਇਹ ਆਪਣੇ ਮਾਤਾ ਪਿਤਾ ਦੀ 14ਵੀਂ ਸੰਤਾਨ ਸੀ। ਇਹਨਾਂ ਦੇ ਪਿਤਾ ਇੱਕ ਵਪਾਰੀ ਸਨ। ਇਹਨਾਂ ਦਾ ਪਾਲਣ ਪੋਸ਼ਣ ਘਰ ਦੇ ਵਿੱਚ ਹੀ ਹੋਇਆ। ਸਾਰੇ ਭੈਣ ਭਰਾ ਰਲ ਕੇ ਖੇਡਦੇ ਸੀ। ਇਹਨਾਂ ਨੂੰ ਸਕੂਲ ਜਾਣਾ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ। ਇਸ ਲਈ ਜਦੋਂ ਵੀ ਇਹਨਾਂ ਨੂੰ ਸਕੂਲ ਜਾਣ ਲਈ ਤਿਆਰ ਕੀਤਾ ਜਾਂਦਾ ਇਹ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਸਨ। ਸਮਝ ਲੱਗੇ ਤੱਕ ਸਾਰਿਆਂ ਨੂੰ ਲੈਸਨ? ਚਲੋ आगे दूसरा बच्चा आएगा। चलो
लास्ट गर्ल। इधर आओ बच्चे। एक दिन उन्होंने स्कूल ना जाने की योजना बनाई। उन्होंने अपनी जुत्ती ऊंची बोलो थोड़ा और बुक थोड़ा ऊपर रखो। उन्होंने अपनी जुत्ती विच पानी पा लिया ते ਉਹ ਜੁੱਤੀ ਪੈਰਾਂ ਵਿੱਚ ਪਾਈ ਰੱਖੀ। ਉਹਨਾਂ ਨੂੰ ਬੁਖਾਰ ਹੋ ਗਿਆ। ਆਪਾਂ ਹੁਣੀ ਡਿਸਕਸ ਕਰਕੇ ਹਟਿਆ ਨਾ ਕਿ ਉਹਨਾਂ ਨੂੰ ਸਕੂਲ ਜਾਣਾ ਚੰਗਾ ਨਹੀਂ ਲੱਗਦਾ ਸੀ, ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਸੀ। ਇੱਕ ਦਿਨ ਉਹਨਾਂ ਨੇ ਕੀ ਕੀਤਾ ਕਿ ਆਪਣੀ ਜੁੱਤੀ ਦੇ ਵਿੱਚ ਪਾਣੀ ਭਰ ਲਿਆ ਔਰ ਸਾਰਾ ਦਿਨ ਪਾਈ ਰੱਖੀ, ਜਿਸ ਕਰਕੇ ਉਹਨਾਂ ਨੂੰ ਬੁਖਾਰ ਹੋ ਗਿਆ। ਅਗਲੇ ਦਿਨ ਉਹ ਸਕੂਲ ਨਾ ਗਏ। ਮਾਤਾ ਪਿਤਾ ਨੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿੱਚ ਹੀ ਕਰ ਦਿੱਤਾ। ਤੇ ਇਸ ਉਹਨਾਂ ਦੀਆਂ ਇਹੋ ਜਿਹੀਆਂ ਹਰਕਤਾਂ ਕਰਕੇ ਉਹਨਾਂ ਦੇ ਮਾਤਾ ਪਿਤਾ ਨੇ ਘਰ ਦੇ ਵਿੱਚ ਹੀ ਉਹਨਾਂ ਲਈ ਅਧਿਆਪਕ ਦਾ ਇੰਤਜ਼ਾਮ ਕਰ ਦਿੱਤਾ। ਰਵਿੰਦਰਨਾਥ ਟੈਗੋਰ ਜਦੋਂ 11 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਜੀ ਲੰਮੇ ਸੈਰ ਸਪਾਟੇ ਲਈ ਉਹਨਾਂ ਨੂੰ ਆਪਣੇ ਨਾਲ ਲੈ ਗਏ। ਉਹ ਕਈ ਤੀਰਥ ਸਥਾਨਾਂ ਅਤੇ ਵੇਖਣਯੋਗ ਥਾਵਾਂ ਤੇ ਘੁੰਮਦੇ ਹੋਏ ਪੰਜਾਬ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵੀ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਣ ਦਾ ਉਹਨਾਂ ਦੇ ਮਨ ਉੱਤੇ ਬਹੁਤ ਅਸਰ ਹੋਇਆ। ਉਹ ਕਿੰਨਾ ਚਿਰ ਮੰਤਰ ਮੁਗਧ ਹੋ ਕੇ ਕੀਰਤਨ ਸੁਣਦੇ। ਇੱਥੇ ਦੱਸਿਆ ਆ, ਇੱਕ ਮਿੰਟ, ਉਹਨਾਂ ਨੇ ਦੱਸਿਆ ਆ ਕਿ ਜਦੋਂ ਉਹਨਾਂ ਦੀ ਉਮਰ 11 ਸਾਲ ਦੀ ਸੀ, 11 ਸਾਲ ਦਾ ਜਿਹੜਾ ਬੱਚਾ ਹੁੰਦਾ ਆ, ਤੁਸੀਂ ਵੀ ਉਸ ਸਟੇਜ ਚੋਂ ਨਿਕਲੇ ਹੋ, ਕਿ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਖੇਡਣ ਦੇ ਵਿੱਚ, ਮਸਤੀਆਂ ਕਰਨ ਦੇ ਵਿੱਚ, ਮੌਜਾਂ ਕਰਨ ਦੇ ਵਿੱਚ ਬਿਜ਼ੀ ਰੱਖਦਾ ਆ। ਪਰ ਟੈਗੋਰ ਇੱਕ ਅਜਿਹਾ 11 ਸਾਲ ਦਾ ਬੱਚਾ ਸੀ ਜੋ ਕਿ ਹਰਿਮੰਦਰ ਸਾਹਿਬ ਦੇ ਵਾਤਾਵਰਣ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਤੇ ਕਿੰਨਾ ਹੀ ਸਮਾਂ ਉਹ ਉੱਥੇ ਅੰਤਰ ਧਿਆਨ ਹੋ ਗਏ। ਮੰਤਰ ਮੁਗਧ ਲਿਖਿਆ ਆ, ਅੰਤਰ ਧਿਆਨ ਹੋ ਕੇ ਕੀਰਤਨ ਸੁਣਦਿਆਂ ਰਿਹਾ ਸੀ। ਭਾਵ ਬਚਪਨ ਤੋਂ ਹੀ ਉਹਨਾਂ ਨੂੰ ਸ਼ਾਂਤੀ, ਇਕੱਲਤਾ ਦਾ ਜਿਹੜਾ ਮਾਹੌਲ ਸੀਗਾ ਉਹ ਚਾਹੀਦਾ ਹੁੰਦਾ ਸੀ, ਅਜਿਹੀ ਉਹਨਾਂ ਦੀ ਇੱਛਾ ਹੁੰਦੀ ਸੀ। ਦਲਹੌਜੀ ਵਿੱਚ ਪਹਾੜੀ ਦ੍ਰਿਸ਼ਾਂ ਅਤੇ ਝਰਨਿਆਂ ਦੀ ਕਲਕਲ ਨੇ ਉਹਨਾਂ ਦਾ ਮਨ ਮੋਹ ਲਿਆ। ਕਲਕਲ ਕੀ ਹੁੰਦੀ ਆ? ਪਾਣੀ ਦੀ ਆਵਾਜ਼। ਝਰਨਿਆਂ 'ਚ ਜਦੋਂ ਚੱਲਦੇ ਨੇ ਤਾਂ ਜੋ ਪਾਣੀ ਦੀ ਆਵਾਜ਼ ਆਉਂਦੀ ਆ ਉਹਨੂੰ ਕਲਕਲ ਕਹਿੰਦੇ ਆ। ਵਿਭਿੰਨ ਰਮਣੀਕ ਥਾਵਾਂ ਤੇ ਦੀ ਸੈਰ ਕਰਦੇ ਜਦੋਂ ਉਹ ਘਰ ਵਾਪਸ ਪੁੱਜੇ ਤਾਂ ਉਹਨਾਂ ਨੇ ਲਿਖਿਆ। ਵਿਭਿੰਨ ਰਮਣੀਕ, ਵੱਖ-ਵੱਖ ਰੋਮਾਂਚਕ, ਥਾਵਾਂ ਤੇ ਨੂੰ ਦੇਖਣ ਤੋਂ ਬਾਅਦ ਘਰ ਪੁੱਜੇ ਤਾਂ ਉਹਨਾਂ ਨੇ ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਾਹੌਲ ਤੋਂ ਉਹ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ 11 ਸਾਲ ਦੀ ਉਮਰ ਦੇ ਵਿੱਚ ਹੀ ਛੋਟੀਆਂ-ਛੋਟੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ। ਅੰਡਰਲਾਈਨ ਕਰੋ ਇਹ ਲਾਈਨਸ। ਇਉਂ ਟੈਗੋਰ ਨੇ ਆਪਣੀ ਸਕੂਲੀ ਵਿੱਦਿਆ ਕੁਦਰਤ ਦੇ ਅੰਗ ਸੰਗ ਰਹਿੰਦਿਆਂ ਹੀ ਪੂਰੀ ਕੀਤੀ। ਰਵਿੰਦਰਨਾਥ ਟੈਗੋਰ ਪੜ੍ਹਨ ਲਈ ਇੰਗਲੈਂਡ ਵੀ ਗਏ ਪਰ ਛੇਤੀ ਹੀ ਉਹ ਭਾਰਤ ਪਰਤ ਆਏ। ਟੈਗੋਰ ਦਾ ਵਿਆਹ 1800। ਇੱਥੇ ਤੁਹਾਡੀ ਡੇਟ ਜਿਹੜੀ ਆ ਉਹ ਗਲਤ ਦਿੱਤੀ ਹੋਈ ਆ। ਕਈ ਕਿਤਾਬਾਂ ਦੇ ਵਿੱਚ 1833 ਲਿਖਿਆ ਆ, ਇਹ ਗਲਤ ਆ, ਠੀਕ ਹੈ। ਸਹੀ ਕਿਹੜੀ ਆ? 1883। ਟੈਗੋਰ ਦਾ ਵਿਆਹ 1883 ਈਸਵੀ ਵਿੱਚ ਮਰਾਲਿਨੀ ਨਾਮ ਨਾਲ ਹੋਇਆ। ਚਲੋ ਬੈਠੋ। ਹਾਂਜੀ ਚਲੋ ਇਧਰੋਂ ਸ਼ਰਨ। इधर आओ। ਉਦੋਂ ਟੈਗੋਰ ਦੀ ਆਯੂ 22 ਸਾਲ ਦੀ ਸੀ। ਵਿਆਹ ਤੋਂ ਬਾਅਦ ਉਹ ਬੋਲਪੁਰ ਹੀ ਰਹਿਣ ਲੱਗੇ। ਇਸ ਖੁੱਲੇ ਡੁੱਲੇ ਵਾਤਾਵਰਣ ਵਿੱਚ ਉਹਨਾਂ ਨੇ ਅਨੇਕ ਰਚਨਾਵਾਂ ਰਚੀਆਂ। ਉਹਨਾਂ ਦੀ ਮਾਤ ਭਾਸ਼ਾ ਬੰਗਲਾ ਸੀ। ਅੰਡਰਲਾਈਨ ਕਰੋ, ਉਹਨਾਂ ਦੀ ਮਾਤ ਭਾਸ਼ਾ ਕਿਹੜੀ ਸੀ? ਬੰਗਲਾ। ਕਲਕੱਤਾ ਦੇ ਵਿੱਚ ਰਹਿੰਦੇ ਸੀਗੇ, ਉੱਥੇ ਬੰਗਾਲੀ ਬੋਲੀ ਜਾਂਦੀ ਸੀਗੀ, ਤਾਂ ਉਹਨਾਂ ਦੀ ਜਿਹੜੀ ਮਾਤ ਭਾਸ਼ਾ ਸੀਗੀ ਉਹ ਬੰਗਲਾ ਸੀ। ਉਹ ਬੰਗਲਾ ਭਾਸ਼ਾ ਵਿੱਚ ਹੀ ਲਿਖਦੇ ਸੀ। ਰਵਿੰਦਰਨਾਥ ਟੈਗੋਰ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਨਾਵਲ ਗੋਰਾ ਅਤੇ ਨੌਕਾ ਡੁੱਬੀ, ਨਾਟਕ ਚਿਤਰਾਂਗਦਾ, ਕਹਾਣੀਆਂ ਕਾਬੁਲੀਵਾਲਾ, ਪੋਸਟਮਾਸਟਰ ਤੇ ਹਾਜਤ ਬਹੁਤ ਪ੍ਰਸਿੱਧ ਸਨ।
1913 ਈਸਵੀ ਵਿੱਚ ਗੁਰੂਦੇਵ ਟੈਗੋਰ ਦੀਆਂ ਕਵਿਤਾਵਾਂ ਦੀ ਪੁਸਤਕ ਗੀਤਾਂਜਲੀ ਤੇ ਉਹਨਾਂ ਨੂੰ ਸੰਸਾਰ ਦਾ ਸਭ ਤੋਂ ਵੱਡਾ ਸਾਹਿਤਕ ਇਨਾਮ ਨੋਬਲ ਪੁਰਸਕਾਰ ਮਿਲਿਆ। ਅੰਡਰਲਾਈਨ ਕਰੋ। ਕਹਿੰਦੇ ਕਿ ਉਹਨਾਂ ਦੀਆਂ ਕਵਿਤਾਵਾਂ ਦੀ ਇੱਕ ਕਿਤਾਬ ਛਪੀ ਸੀ ਜਿਹਦਾ ਨਾਮ ਸੀ ਗੀਤਾਂਜਲੀ, ਔਰ ਇਸ ਤੇ ਸੰਸਾਰ ਦਾ ਪ੍ਰਸਿੱਧ ਸਾਹਿਤਕ ਅਵਾਰਡ ਨੋਬਲ ਪੁਰਸਕਾਰ ਜਿਹੜਾ ਸੀਗਾ ਇਹਨਾਂ ਨੂੰ ਮਿਲਿਆ। ਇਸ ਪੁਰਸਕਾਰ ਦੇ ਮਿਲਣ ਨਾਲ ਇਹ ਸੰਸਾਰ ਭਰ ਦੇ ਵਿੱਚ ਪ੍ਰਸਿੱਧ ਹੋ ਗਏ ਸਨ। ਇਹ ਕਵੀ ਪੁਸਤਕ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤੀ ਗਈ। ਕਹਿੰਦੇ ਕਿ ਇਸ ਕਾਵਿ ਪੁਸਤਕ ਨੂੰ ਜਿਹੜੀ ਗੀਤਾਂਜਲੀ ਸੀਗੀ ਉਹਨੂੰ ਹੋਰ ਭਾਸ਼ਾਵਾਂ ਦੇ ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ। ਪਹਿਲਾਂ ਉਹਨੇ ਬੰਗਲਾ ਦੇ ਵਿੱਚ ਹੀ ਲਿਖੀ ਸੀ, ਪਰ ਪੁਰਸਕਾਰ ਮਿਲਣ ਤੋਂ ਬਾਅਦ ਇਹਨੂੰ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼ ਦੇ ਵਿੱਚ ਵੀ ਡਬ ਕੀਤਾ ਗਿਆ ਸੀ। ਰਵਿੰਦਰਨਾਥ ਟੈਗੋਰ ਵਧੀਆ ਅਧਿਆਪਕ ਵੀ ਸਨ। ਉਹ ਚਾਹੁੰਦੇ ਸੀ ਕਿ ਵਿਦਿਆਰਥੀ ਖੁੱਲ੍ਹੇ ਡੁੱਲੇ ਮਾਹੌਲ ਵਿੱਚ ਪੜ੍ਹਾਈ ਕਰਨ। ਇਸ ਮੰਤਵ ਦੀ ਪੂਰਤੀ ਲਈ ਗੁਰੂਦੇਵ ਟੈਗੋਰ ਨੇ ਸ਼ਾਂਤੀ ਨਿਕੇਤਨ ਨਾਮ ਦੀ ਪਾਠਸ਼ਾਲਾ ਵੀ ਬਣਾਈ। ਇਸ ਪਾਠਸ਼ਾਲਾ ਅੰਡਰਲਾਈਨ ਕਰੋ। ਉਹਨਾਂ ਨੇ ਇੱਕ ਸਕੂਲ ਖੋਲ੍ਹਿਆ ਸੀਗਾ ਜਿਹਦਾ ਨਾਮ ਸੀਗਾ ਸ਼ਾਂਤੀ ਨਿਕੇਤਨ। ਇਸ ਸ਼ਾਂਤੀ ਨਿਕੇਤਨ ਦੀ ਖਾਸੀਅਤ ਕੀ ਸੀ ਕਿ ਜਿੱਦਾਂ ਹੁਣ ਤੁਸੀਂ ਕਲਾਸਰੂਮ ਦੇ ਵਿੱਚ ਬੈਠ ਕੇ ਪੜ੍ਹਦੇ ਹੋ, ਉਸ ਤਰ੍ਹਾਂ ਉੱਥੇ ਕਮਰੇ ਨਹੀਂ ਸੀਗੇ। ਬੱਚਿਆਂ ਨੂੰ ਖੁੱਲ੍ਹੇ ਵਾਤਾਵਰਣ ਦੇ ਵਿੱਚ ਦਰਖਤਾਂ ਦੇ ਹੇਠਾਂ ਬਿਠਾ ਕੇ ਪੜ੍ਹਾਇਆ ਜਾਂਦਾ ਸੀ। ਹੁਣ ਜੇਕਰ ਤੁਹਾਡੇ ਤੋਂ ਵੀ ਮੈਂ ਇੱਕ ਗੱਲ ਪੁੱਛਦੀ ਹਾਂ, ਜੇਕਰ ਤੁਹਾਨੂੰ ਇਸ ਤਰ੍ਹਾਂ ਖੁੱਲ੍ਹੇ ਵਾਤਾਵਰਣ ਦੇ ਵਿੱਚ ਬਿਠਾ ਕੇ ਪੜ੍ਹਾਇਆ ਜਾਵੇ ਕੀ ਤੁਸੀਂ ਪੜ੍ਹ ਲਓਗੇ? ਤੁਹਾਡੇ ਲਈ ਤਾਂ ਬੰਦ ਕਮਰੇ 'ਚ ਬੈਠ ਕੇ ਪੜ੍ਹਨਾ ਮੁਸ਼ਕਿਲ ਹੋਇਆ ਆ, ਤੁਸੀਂ ਖੁੱਲ੍ਹੇ ਵਾਤਾਵਰਣ ਦੇ ਵਿੱਚ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਇਹਦਾ ਮੇਨ ਰੀਜ਼ਨ ਕੀ ਆ? ਸਾਡੀ ਜੋ ਵੀ ਸਾਨੂੰ ਸਾਇੰਸ ਨੇ, ਵਿਗਿਆਨ ਨੇ ਸਹੂਲਤਾਂ ਦਿੱਤੀਆਂ ਨੇ, ਉਹਨਾਂ ਨੇ ਸਾਡੇ ਜਿਹੜੇ ਮਨ ਦੀ ਸ਼ਾਂਤੀ ਆ, ਟਿਕਾਅ ਹੈਗਾ ਆ, ਉਹਨੂੰ ਖਤਮ ਕਰ ਦਿੱਤਾ ਆ। ਅਸੀਂ ਇੱਕ ਬੰਦ ਕਮਰੇ ਦੇ ਵਿੱਚ ਬੈਠ ਕੇ ਵੀ ਆਲਾ ਦੁਆਲਾ ਦੇਖਦੇ ਹਾਂ, ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਤਾਂ ਅਸੀਂ ਬਾਹਰ ਬੈਠ ਕੇ ਕਿੱਦਾਂ ਪੜ੍ਹ ਸਕਦੇ ਹਾਂ, ਕਿੱਦਾਂ ਕੁਝ ਸਿੱਖ ਸਕਦੇ ਹਾਂ? ਇਹੀ ਇੱਥੇ ਟੈਗੋਰ ਦਾ ਮਤਲਬ ਸੀਗਾ ਕਿ ਜਿੱਦਾਂ ਅਸੀਂ ਛੋਟੇ ਬੱਚਿਆਂ ਨੂੰ, ਬਾਲ ਮਨਾਂ ਨੂੰ ਜਿੱਦਾਂ ਅਸੀਂ ਲਾ ਲਾਂਗੇ ਉੱਦਾਂ ਹੀ ਲੱਗ ਜਾਂਦੇ ਆ, ਤੁਰ ਪੈਂਦੇ ਆ। ਉਸ ਸਮੇਂ ਇੰਨੀਆਂ ਕੋਈ ਸਹੂਲਤਾਂ ਵੀ ਨਹੀਂ ਸੀਗੀਆਂ। ਲੋਕਾਂ ਦਾ ਰਹਿਣ ਸਹਿਣ ਬਹੁਤ ਸਾਦਾ ਸੀ। ਹਰ ਕੋਈ ਦੀ ਜਿਹੜੀ ਸੋਚ ਸੀਗੀ ਉਹ ਜ਼ਿਆਦਾ ਵਧੀਆ ਹੁੰਦੀ ਸੀ। ਸੋ ਉਹਨਾਂ ਨੇ ਉਸ ਸਮੇਂ ਦੇ ਅਨੁਸਾਰ ਸ਼ਾਂਤੀ ਨਿਕੇਤਨ ਨਾਮ ਦੇ ਇੱਕ ਸਕੂਲ ਦੀ ਸਥਾਪਨਾ ਕੀਤੀ ਸੀ। ਹਾਂਜੀ, ਇੱਥੇ ਸਾਹਿਤ, ਕਲਾ, ਸੰਗੀਤ, ਚਿੱਤਰਕਾਰੀ ਤੇ ਭਾਰਤੀ ਸੱਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਸੀ। ਕਹਿੰਦੇ ਕਿ ਉੱਥੇ ਕੇਵਲ ਕਿਤਾਬੀ ਗਿਆਨ ਨਹੀਂ ਸੀ ਬੱਚਿਆਂ ਨੂੰ ਦਿੱਤਾ ਜਾਂਦਾ, ਉਸ ਤੋਂ ਇਲਾਵਾ ਉਹਨਾਂ ਨੂੰ ਐਕਟੀਵਿਟੀਜ਼ ਜਿਵੇਂ ਸੰਗੀਤ ਆ, ਚਿੱਤਰਕਲਾ ਆ ਤੇ ਭਾਰਤੀ ਸੱਭਿਆਚਾਰ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਸੀ। ਸ਼ਾਂਤੀ ਨਿਕੇਤਨ ਵਿੱਚ ਵਿਦਿਆਰਥੀਆਂ ਨੂੰ ਜੀਵਨ ਜਾਂਚ ਦੀ ਗੁਰ ਸਮਝਾਇਆ ਜਾਂਦਾ। ਹੁਣ ਇਹ ਸੰਸਥਾ ਵਿਸ਼ਵ ਭਾਰਤੀ ਨਾਂ ਦੀ ਯੂਨੀਵਰਸਿਟੀ ਬਣ ਗਈ ਹੈ। ਅੰਡਰਲਾਈਨ ਕਰੋ। ਸ਼ਾਂਤੀ ਜਿਹੜਾ ਸਕੂਲ ਪਹਿਲਾਂ ਸ਼ਾਂਤੀ ਨਿਕੇਤਨ ਸੀਗਾ, ਹੁਣ ਉਹ ਵਿਸ਼ਵ ਭਾਰਤੀ ਸੰਸਥਾ ਬਣ ਚੁੱਕੀ ਹੈ। ਜਿੱਥੇ ਪਹਿਲਾਂ ਕਮਰੇ ਨਹੀਂ ਸੀਗੇ, ਹੁਣ ਉੱਥੇ ਇੱਕ ਵੱਡੀ ਬਿਲਡਿੰਗ ਬਣ ਗਈ ਹੈ। ਗੁਰੂਦੇਵ ਟੈਗੋਰ ਕਲਾ ਪ੍ਰੇਮੀ ਸਨ। ਉਹਨਾਂ ਨੇ ਕੁਦਰਤ ਨੂੰ ਆਪਣੀ ਸੰਗੀ ਬਣਾਇਆ, ਸੰਗੀ ਸਾਥੀ। ਇਸ ਲਈ ਉਹਨਾਂ ਨੇ ਕੋਮਲ ਦਿਲਾਂ ਵਿੱਚ ਬਾਲਾਂ ਨੂੰ ਕੁਦਰਤ ਨਾਲ ਜੋੜਿਆ। ਕੋਮਲ ਦੇ ਕਿਹੜੇ ਹੁੰਦੇ ਆ? ਬੱਚਿਆਂ ਦੇ, ਹੈ ਨਾ। ਕਹਿੰਦੇ ਕਿ ਉਹਨਾਂ ਦੇ ਕੋਲ ਉਸ ਸਕੂਲ ਦੇ ਵਿੱਚ ਸਿੱਖਿਆ ਪ੍ਰਾਪਤ ਕਰਨ ਆਉਂਦਾ ਸੀਗਾ, ਉਹਨਾਂ ਨੇ ਉਹਨਾਂ ਨੂੰ ਕੁਦਰਤ ਦੇ ਨਾਲ ਜੋੜਿਆ, ਨੇਚਰ ਦੇ ਨਾਲ ਜੋੜਿਆ। ਭਾਵੇਂ ਉਹਨਾਂ ਨੇ ਸਿੱਧੇ ਰੂਪ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਨਹੀਂ ਲਿਆ, ਪਰ ਫਿਰ ਵੀ ਉਹ ਦੇਸ਼ ਆਜ਼ਾਦ ਕਰਵਾਉਣ ਪ੍ਰਤੀ ਸੋਚਦੇ ਰਹਿੰਦੇ ਸਨ। ਅੰਗਰੇਜ਼ਾਂ ਦੇ ਜ਼ੁਲਮਾਂ ਦੀ ਕਹਾਣੀ ਨੇ ਉਹਨਾਂ ਦੇ ਮਨ ਉੱਤੇ ਗਹਿਰਾ ਅਸਰ ਪਾਇਆ। ਕਹਿੰਦੇ ਕਿ ਭਾਵੇਂ ਰਵਿੰਦਰਨਾਥ ਟੈਗੋਰ ਨੇ ਸਿੱਧੇ ਤੌਰ ਤੇ ਆਜ਼ਾਦੀ ਦੇ ਵਿੱਚ ਹਿੱਸਾ ਨਹੀਂ ਪਾਇਆ ਸੀ, ਪਰ ਅਸਿੱਧੇ ਤੌਰ ਤੇ ਕਵਿਤਾਵਾਂ ਦੇ ਦੁਆਰਾ, ਕਹਾਣੀਆਂ ਦੇ ਦੁਆਰਾ, ਨਾਟਕਾਂ ਦੇ ਦੁਆਰਾ, ਨਾਵਲਾਂ ਦੇ ਦੁਆਰਾ, ਭਾਵ ਆਪਣੀਆਂ ਰਚਨਾਵਾਂ ਦੇ ਦੁਆਰਾ ਉਹ ਹਮੇਸ਼ਾ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਲਈ ਪ੍ਰੇਰਿਤ ਕਰਦੇ ਸੀ। ਉਹ ਹਮੇਸ਼ਾ ਹੀ ਆਪਣੀਆਂ ਰਚਨਾਵਾਂ ਦੇ ਦੁਆਰਾ ਲੋਕਾਂ ਦੇ ਵਿੱਚ ਦੇਸ਼ ਪਿਆਰ ਦੀ ਭਾਵਨਾ ਜਿਹੜੀ ਆ ਪੈਦਾ ਕਰਦੇ ਸੀ।
ਆਜ਼ਾਦੀ ਦੀ ਲੜਾਈ ਲੜਦਿਆਂ ਜਦ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿੱਚ ਅਨੇਕ ਦੇਸ਼ ਪ੍ਰੇਮੀ ਅੰਗਰੇਜ਼ਾਂ ਦੀ ਗੋਲੀਆਂ ਨਾਲ ਸ਼ਹੀਦ ਹੋਏ ਤਾਂ ਗੁਰੂਦੇਵ ਟੈਗੋਰ ਨੇ ਰੋਸ ਵਜੋਂ ਅੰਗਰੇਜ਼ ਸਰਕਾਰ ਵੱਲੋਂ 1913 ਈਸਵੀ ਨੂੰ ਵਿੱਚ ਦਿੱਤਾ ਤੇ ਹੋਇਆ ਸੀ ਤੇ ਸਰ 1913 ਦੇ ਵਿੱਚ ਨਹੀਂ, ਜੋ ਉਹਨਾਂ ਨੂੰ ਇਨਾਮ ਮਿਲਿਆ ਸੀਗਾ ਉਹਨਾਂ ਨੇ ਉਹ 1919 ਦੇ ਕਾਂਡ ਤੋਂ ਬਾਅਦ ਉਹਨਾਂ ਨੂੰ ਵਾਪਸ ਕਰ ਦਿੱਤਾ ਸੀ। ਕਹਿੰਦੇ ਕਿ ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਹੋਇਆ ਸੀਗਾ 13 ਅਪ੍ਰੈਲ 1919 ਨੂੰ, ਪਤਾ ਨਾ ਸਾਰਿਆਂ ਨੂੰ ਜ਼ਿਆਦਾ, ਜਨਰਲ ਡਾਇਰ ਨੇ ਉੱਥੇ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੋਏ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਸੀ, ਜਿਸ ਕਰਕੇ ਪੂਰੇ ਪੰਜਾਬ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਵਿੱਚ ਇਹਦਾ ਰੋਸ ਕੀਤਾ ਗਿਆ, ਇਹਦੇ ਖਿਲਾਫ ਆਵਾਜ਼ ਉਠਾਈ ਗਈ। ਤਾਂ ਇਹਦਾ ਕਹਿੰਦੇ ਗੁੱਸਾ ਟੈਗੋਰ ਨੂੰ ਵੀ ਲੱਗਿਆ ਸੀਗਾ, ਉਹਨੂੰ 1913 ਦੇ ਵਿੱਚ ਅੰਗਰੇਜ਼ਾਂ ਵੱਲੋਂ ਸਾਹਿਤ ਪੁਰਸਕਾਰ, ਨੋਬਲ ਪੁਰਸਕਾਰ ਮਿਲਿਆ ਸੀਗਾ, ਉਹ ਉਹਨਾਂ ਨੂੰ ਵਾਪਿਸ ਕਰ ਦਿੱਤਾ ਸੀ। ਠੀਕ ਆ, ਇਹ ਉਹਦੀ ਇੱਕ ਸੀਗਾ ਦੇਸ਼ ਭਗਤੀ ਦਾ ਜਜ਼ਬਾ ਕਿ ਮੈਨੂੰ ਮੇਰੇ ਦੇਸ਼ ਤੋਂ ਉੱਪਰ ਇਹ ਪੁਰਸਕਾਰ ਵੀ ਨਹੀਂ ਹੈਗਾ, ਜੇ ਮੇਰੇ ਦੇਸ਼ ਵਾਸੀਆਂ ਦੀ ਕਦਰ ਨਹੀਂ ਹੈਗੀ ਤਾਂ ਸਾਨੂੰ ਇਹ ਪੁਰਸਕਾਰ ਵੀ ਨਹੀਂ ਚਾਹੀਦਾ। ਇਸ ਗੱਲ ਤੋਂ ਉਹਨਾਂ ਦੇ ਮਨ ਵਿੱਚ ਵਿਸਕ ਰਹੇ ਦੇਸ਼ ਪਿਆਰ ਦਾ ਪਤਾ ਲੱਗਿਆ। ਇਸ ਮਹਾਨ ਸਾਹਿਤਕਾਰ ਦਾ 80 ਸਾਲ ਦੀ ਉਮਰ ਹੋ ਕੇ 1941 ਵਿੱਚ ਦੇਹਾਂਤ ਹੋ ਗਿਆ। ਅੰਡਰਲਾਈਨ ਕਰੋ ਬੈਠੋ ਕਿ ਕਦੋਂ ਇਹਨਾਂ ਦੀ ਮੌਤ ਹੋਈ ਆ ਔਰ ਇਹਨਾਂ ਨੇ ਕਿੰਨੀ ਉਮਰ ਭੋਗੀ ਸੀ। ਸਮਾਜ ਨੂੰ ਸੇਧ ਦੇਣ ਵਾਲੀਆਂ ਉਹਨਾਂ ਦੀਆਂ ਲਿਖਤਾਂ ਸਾਨੂੰ ਗੁਰੂਦੇਵ ਟੈਗੋਰ ਦੀ ਸਦਾ ਯਾਦ ਦਿਵਾਉਂਦੀਆਂ ਰਹਿਣਗੀਆਂ। ਕਹਿੰਦੇ ਕਿ ਰਵਿੰਦਰਨਾਥ ਟੈਗੋਰ ਦੀਆਂ ਲਿਖਤਾਂ ਅਜਿਹੀਆਂ ਲਿਖਤਾਂ ਸੀਗੀਆਂ, ਅਜਿਹੀਆਂ ਰਚਨਾਵਾਂ ਸੀ ਜੋ ਹਮੇਸ਼ਾ ਇਨਸਾਨ ਨੂੰ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਸੀ। ਇਹਨਾਂ ਰਚਨਾਵਾਂ ਦੇ ਸਦਕਾ ਹੀ ਅਸੀਂ ਕਹਿੰਦੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਇਹ ਸੀਗਾ ਆਪਣਾ ਚੈਪਟਰ ਰਵਿੰਦਰਨਾਥ ਟੈਗੋਰ, ਜਿਹਦੇ ਵਿੱਚ ਲੇਖਕਾਰ ਰਵਿੰਦਰ ਕੌਰ ਨੇ ਸਾਨੂੰ ਟੈਗੋਰ ਦੇ ਜੀਵਨ ਬਾਰੇ, ਉਹਨਾਂ ਦੀ ਸਾਹਿਤਿਕ ਦੇਣ ਬਾਰੇ ਤੇ ਦੇਸ਼ ਪਿਆਰ ਦੇ ਜਜ਼ਬੇ ਬਾਰੇ ਦੱਸਿਆ ਹੈ। ਸਾਰਿਆਂ ਨੂੰ ਲੈਸਨ ਕਲੀਅਰ ਹੋ ਗਿਆ? ਸਭ ਨੂੰ? ਹੁਣ ਤੁਸੀਂ ਸਭ ਨੇ ਇਸ ਲੈਸਨ ਨੂੰ ਇੱਕ ਵਾਰੀ ਘਰ ਜਾ ਕੇ ਵੀ ਜ਼ਰੂਰ ਪੜ੍ਹਨਾ ਆ। ਮੈਂ ਬੱਚੇ ਹਮੇਸ਼ਾ ਹੀ ਤੁਹਾਨੂੰ ਕਹਿੰਦੀ ਹੁੰਦੀ ਹਾਂ, ਇੱਕ ਵਾਰੀ ਕਲਾਸ ਦੇ ਵਿੱਚ ਸੁਣ ਲਓ, ਇੱਕ ਵਾਰੀ ਘਰੇ ਪੜ੍ਹ ਲਓ ਬੈਠ ਕੇ ਸੀਰੀਅਸਲੀ, ਤਾਂ ਤੁਹਾਨੂੰ ਉਹ ਚੈਪਟਰ ਜਿਹੜਾ ਆ ਕਦੇ ਵੀ ਨਹੀਂ ਭੁੱਲਦਾ। ਠੀਕ ਹੈ, ਹੁਣ ਇਹਦੇ ਅੱਗੇ ਦਿੱਤੇ ਹੋਏ ਹੈਗੇ ਆ, ਇਹਦੀ ਕੁਐਸਚਨ ਆਨਸਰ ਬੈਕ ਐਕਸਰਸਾਈਜ਼ ਦਿੱਤੀ ਹੋਈ ਆ। ਸਾਡਾ ਰਾਸ਼ਟਰੀ ਗੀਤ ਕਿਹੜਾ ਹੈ ਅਤੇ ਇਸ ਦਾ ਲੇਖਕ ਕੌਣ ਹੈ? ਆਨਸਰ ਜਿਹੜੇ ਆ ਉਹ ਤੁਹਾਡੇ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਆਣੇ ਚਾਹੀਦੇ ਆ। ਵੈਰੀ ਗੁੱਡ। ਹਾਂਜੀ ਚਲੋ ਚਿਤਗੁਣ। ਸਾਡਾ ਰਾਸ਼ਟਰੀ ਗਾਨ ਜਨ ਗਣ ਮਨ ਹੈ ਅਤੇ ਉਸਦੇ ਲੇਖਕ ਰਵਿੰਦਰਨਾਥ ਟੈਗੋਰ। ਡਾਕਟਰ ਰਵਿੰਦਰਨਾਥ ਟੈਗੋਰ ਹਨ। ਰਵਿੰਦਰਨਾਥ ਟੈਗੋਰ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਉਹਨਾਂ ਦਾ ਬਚਪਨ ਕਿਵੇਂ ਬੀਤਿਆ? ਹਾਂਜੀ ਚਲੋ ਬੇਟਾ। ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ 1862 ਈਸਵੀ ਵਿੱਚ ਕੋਲਕਾਤਾ ਵਿਖੇ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਰਵਿੰਦਰਨਾਥ ਸੀ। ਇਹਨਾਂ ਦੇ ਮਾਤਾ ਪਿਤਾ ਬਹੁਤ ਅਮੀਰ ਸਨ ਤੇ ਇਹ ਕੁੱਲ 14 ਭੈਣ ਭਰਾ ਹਨ ਤੇ ਇਹ ਵੱਡੇ ਦੇ ਮਹਿਲ ਵਿੱਚ ਖੇਡਦੇ ਹਨ। ਰਵਿੰਦਰਨਾਥ ਟੈਗੋਰ ਦਾ ਪਹਿਲਾਂ ਆਪਾਂ ਜਨਮ ਦੱਸਾਂਗੇ ਕਦੋਂ ਤੇ ਕਿੱਥੇ ਹੋਇਆ। 7 ਮਈ 1861 ਈਸਵੀ ਨੂੰ ਕੋਲਕਾਤਾ ਵਿਖੇ ਰਵਿੰਦਰਨਾਥ ਟੈਗੋਰ ਦੇ ਘਰ ਹੋਇਆ। ਠੀਕ ਹੈ, ਇਹਨਾਂ ਦੇ ਪਿਤਾ ਇੱਕ ਵਪਾਰੀ ਸੀ। ਇਹਨਾਂ ਦਾ ਘਰ ਬਹੁਤ ਇੱਕ ਵੱਡੇ ਮਹਿਲ ਦੀ ਤਰ੍ਹਾਂ ਸੀ। ਰਵਿੰਦਰਨਾਥ ਟੈਗੋਰ ਆਪਣੇ ਮਾਤਾ ਪਿਤਾ ਦੀ 14ਵੀਂ ਸੰਤਾਨ ਸਨ ਔਰ ਇਹ ਸਾਰੇ ਹੀ ਭੈਣ ਭਰਾ ਆਪਣੇ ਘਰ ਦੇ ਵਿੱਚ ਇਕੱਠੇ ਹੀ ਖੇਡਦੇ ਰਹਿੰਦੇ ਸੀ। ਇਹਨਾਂ ਦਾ ਬਚਪਨ ਆਪਣੇ ਘਰ ਦੇ ਵਿੱਚ ਰਾਜਕੁਮਾਰਾਂ ਵਾਂਗ ਬੀਤਿਆ ਸੀ। ਕਲੀਅਰ ਹੋ ਗਿਆ ਆਨਸਰ? ਰਵਿੰਦਰਨਾਥ ਟੈਗੋਰ ਨੇ ਕਿਵੇਂ ਤੇ ਕਿੱਥੋਂ ਵਿਦਿਆ ਪ੍ਰਾਪਤ ਕੀਤੀ? ਰਵਿੰਦਰਨਾਥ ਟੈਗੋਰ ਨੇ ਕਿੱਥੋਂ ਵਿਦਿਆ ਪ੍ਰਾਪਤ ਕੀਤੀ?
ਰਵਿੰਦਰਨਾਥ ਟੈਗੋਰ ਨੂੰ ਸਕੂਲ ਜਾਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ। ਉਹ ਹਮੇਸ਼ਾ ਹੀ ਸਕੂਲ ਨਾ ਜਾਣ ਦੇ ਬਹਾਨੇ ਬਣਾਉਂਦੇ ਰਹਿੰਦੇ ਸੀ। ਇਸ ਕਰਕੇ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਘਰ ਦੇ ਵਿੱਚ ਹੀ ਕਰ ਦਿੱਤਾ। ਰਵਿੰਦਰਨਾਥ ਟੈਗੋਰ ਨੇ ਆਪਣੀ ਮੁੱਢਲੀ ਵਿੱਦਿਆ ਘਰ ਦੇ ਵਿੱਚੋਂ ਹੀ ਗ੍ਰਹਿਣ ਕੀਤੀ ਤੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਉਹ ਇੰਗਲੈਂਡ ਵੀ ਗਏ ਸਨ। ਰਵਿੰਦਰਨਾਥ ਟੈਗੋਰ ਆਪਣੇ ਪਿਤਾ ਨਾਲ ਪੰਜਾਬ ਕਦੋਂ ਆਏ? ਇੱਥੋਂ ਦੇ ਮਾਹੌਲ ਦਾ ਉਹਨਾਂ ਦੇ ਮਨ ਤੇ ਕਿਹੋ ਜਿਹਾ ਪ੍ਰਭਾਵ ਪਿਆ? ਹਾਂਜੀ ਚਲੋ। ਰਵਿੰਦਰਨਾਥ ਟੈਗੋਰ ਜਦੋਂ 11 ਸਾਲ ਦੇ ਸਨ ਤਾਂ ਆਪਣੇ ਪਿਤਾ ਜੀ ਦੇ ਨਾਲ ਲੰਡਨ ਸ਼ਹਿਰ started ਕੀਤੀ। ਆਪਾਂ ਸਿਰਫ ਪੰਜਾਬ ਦੀ ਗੱਲ ਕਰਨੀ ਹੈ ਇੱਥੇ। ਉਹ ਆਪਣੇ ਪਿਤਾ ਜੀ ਦੇ ਨਾਲ 11 ਸਾਲ ਦੀ ਉਮਰ ਦੇ ਵਿੱਚ ਪੰਜਾਬ ਆਏ ਸਨ। ਇੱਥੇ ਉਹ ਸ਼੍ਰੀ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਵੀ ਗਏ। ਹਰਮੰਦਰ ਸਾਹਿਬ ਦਾ ਜਿਹੜਾ ਵਾਤਾਵਰਣ ਸੀਗਾ, ਪਵਿੱਤਰ ਤੇ ਸ਼ਾਂਤਮਈ ਵਾਤਾਵਰਣ ਨੇ ਉਹਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਕਾਫੀ ਲੰਮਾ ਸਮਾਂ ਇਹ ਅੰਤਰਮੁਗਧ ਹੋ ਕੇ ਕੀਰਤਨ ਵੀ ਸੁਣਦੇ ਰਹਿੰਦੇ ਸਨ। ਬੈਠੋ। ਟੈਗੋਰ ਨੇ ਆਪਣੀਆਂ ਰਚਨਾਵਾਂ ਕਿਹੜੀ ਭਾਸ਼ਾ ਵਿੱਚ ਲਿਖੀ? ਉਹਨਾਂ ਦੀ ਪ੍ਰਸਿੱਧ ਰਚਨਾਵਾਂ ਦੇ ਨਾਮ ਲਿਖੋ। ਹਾਂਜੀ। ਰਵਿੰਦਰਨਾਥ ਟੈਗੋਰ ਦੀ ਮਾਤ ਭਾਸ਼ਾ ਬੰਗਲਾ ਸੀ। ਉਹਨਾਂ ਨੇ ਆਪਣੀਆਂ ਰਚਨਾਵਾਂ ਬੰਗਲਾ ਵਿੱਚ ਲਿਖੀਆਂ। ਇਹਨਾਂ ਦੀ ਕਈ ਪ੍ਰਸਿੱਧ ਰਚਨਾਵਾਂ ਹਨ। ਨਾਵਲ ਗੋਰਾ ਅਤੇ ਨੌਕਾ ਡੋਰੀ, ਨਾਟਕ ਚਿਤਰਾਂਗਦਾ, ਕਹਾਣੀਆਂ ਕਾਬਲੀਵਾਲਾ, ਪੋਸਟ ਮਾਸਟਰ ਤੇ ਹਾਰ ਜਿੱਤ ਬਹੁਤ ਹੀ ਪ੍ਰਸਿੱਧ ਹਨ। ਬਿਲਕੁਲ ਸਹੀ ਆਨਸਰ। ਟੈਗੋਰ ਦੀ ਸਭ ਤੋਂ ਵੱਧ ਪ੍ਰਸਿੱਧ ਰਚਨਾ ਕਿਹੜੀ ਹੈ? ਇਸ ਰਚਨਾ ਲਈ ਉਹਨਾਂ ਨੂੰ ਕਿਹੜਾ ਇਨਾਮ ਮਿਲਿਆ ਸੀ ਤੇ ਕਦੋਂ? ਚਲੋ ਹਾਂਜੀ। ਡਾਕਟਰ ਟੈਗੋਰ ਦੀ ਸਭ ਤੋਂ ਪ੍ਰਸਿੱਧ ਰਚਨਾ ਪੁਸਤਕ ਗੀਤਾਂਜਲੀ ਹੈ ਤੇ ਇਸ ਲਈ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ। ਪ੍ਰਾਈਜ਼ ਨਹੀਂ ਬੋਲਣਾ। 1913 ਵਿੱਚ ਮਹਾਨ ਸਾਹਿਤਿਕ ਇਨਾਮ ਨੋਬਲ ਪੁਰਸਕਾਰ ਮਿਲਿਆ ਸੀ, ਜਿਸ ਕਾਰਨ ਇਹਨਾਂ ਦੀ ਪੂਰੇ ਸੰਸਾਰ ਵਿੱਚ ਪ੍ਰਸਿੱਧੀ ਹੋ ਗਈ ਸੀ। ਅਤੇ ਆਪਾਂ ਅਵਾਰਡ ਨਹੀਂ ਬੋਲਾਂਗੇ। ਸ਼ਾਂਤੀ ਨਿਕੇਤਨ ਬਾਰੇ ਤੁਸੀਂ ਕੀ ਜਾਣਦੇ ਹੋ? ਹਾਂਜੀ ਬੋਲੋ ਸੁਖਨੂਰ। ਰਵਿੰਦਰਨਾਥ ਟੈਗੋਰ ਨੇ ਬੱਚਿਆਂ ਦੇ ਲਈ ਇੱਕ ਸਕੂਲ ਖੋਲ੍ਹਿਆ ਜਿਸ ਦਾ ਨਾਮ ਸ਼ਾਂਤੀ ਨਿਕੇਤਨ ਸੀ। ਇੱਥੇ ਸਕੂਲ ਦੇ ਵਿੱਚ ਕਮਰੇ ਨਹੀਂ ਸਨ, ਬਲਕਿ ਬੱਚਿਆਂ ਨੂੰ ਖੁੱਲ੍ਹੇ ਵਾਤਾਵਰਣ ਵਿੱਚ ਪੜ੍ਹਾਇਆ ਜਾਂਦਾ ਸੀ। ਇੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਭਾਰਤੀ ਸੱਭਿਆਚਾਰ, ਚਿੱਤਰਕਾਰੀ, ਸੰਗੀਤ ਤੇ ਆਦਿ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਸੀ। ਬਿਲਕੁਲ ਸਹੀ, ਸ਼ਾਬਾਸ਼, ਗੁੱਡ। ਸਭ ਨੂੰ ਆਨਸਰ ਕਲੀਅਰ ਹੋ ਗਿਆ? ਜਲਿਆਂਵਾਲੇ ਬਾਗ ਦੀ ਘਟਨਾ ਦਾ ਟੈਗੋਰ ਦੇ ਮਨ ਤੇ ਕੀ ਅਸਰ ਪਿਆ? ਜਲਿਆਂਵਾਲੇ ਬਾਗ ਦੀ ਘਟਨਾ ਦਾ ਟੈਗੋਰ ਦੇ ਮਨ ਤੇ ਗਹਿਰਾ ਅਸਰ ਪਿਆ। ਉਸਨੇ ਇਸ ਘਟਨਾ ਦੇ ਰੋਸ ਵਿੱਚ 1913 ਵਿੱਚ ਮਿਲਿਆ ਹੋਇਆ ਨੋਬਲ ਪੁਰਸਕਾਰ 1919 ਵਿੱਚ ਅੰਗਰੇਜ਼ਾਂ ਨੂੰ ਵਾਪਿਸ ਕਰ ਦਿੱਤਾ ਸੀ। ਇਸ ਤੋਂ ਬਾਅਦ ਹੈਗਾ ਆ ਵਾਕਾਂ ਵਿੱਚ ਵਰਤੋ। ਜੋ ਤੁਹਾਨੂੰ ਬੁੱਕ ਦੇ ਵਿੱਚ ਦਿੱਤੇ ਹੋਇਆ ਇਹ ਤੁਸੀਂ ਵਾਕ ਆਪਣੀਆਂ ਕਾਪੀਆਂ ਦੇ ਵਿੱਚ ਬਣਾ ਕੇ ਲੈ ਕੇ ਆਉਣੇ ਆ। ਠੀਕ ਹੈ। 8th ਕਲਾਸ 5 ਤੁਹਾਡੇ MCQ 2 ਨੰਬਰ ਵਾਲੇ ਕੁਐਸਚਨ ਪਲੱਸ ਵਾਕ ਬਣਾਓ। ਇਹ ਟੌਪਿਕ ਤੁਸੀਂ ਤਿੰਨੋਂ ਆਪਣੀ ਨੋਟਬੁੱਕ ਦੇ ਵਿੱਚ ਕਰਨੇ ਆ। ਪਹਿਲਾਂ ਤੁਸੀਂ ਸਭ ਨੇ ਆਪਣੇ ਕੁਐਸਚਨ ਆਨਸਰ ਲੈਸਨ ਨੂੰ ਰੀਡ ਕਰਨਾ ਆ। ਕਲੀਅਰ? ਓਕੇ, ਥੈਂਕ ਯੂ ਬੇਟਾ ਜੀ।